ਮੇਰੇ ਪਿਆਰੇ ਦੇਸ਼ਵਾਸੀਓ, ਅੱਜ ਮੈਂ ਆਪਣੀ ਗੱਲ ਦੀ ਸ਼ੁਰੂਆਤ ਇੱਕ ਵੇਦ ਵਾਕ ਨਾਲ ਕਰਨਾ ਚਾਹੁੰਦਾ ਹਾਂ। ਕ੍ਰਿਤਮ ਮੇ ਦਕਸ਼ਿਣੇ ਹਸਤੇ ਜਿਉ ਮੇ ਸੱਵੇ ਆਹਿਤਾ। ਇਸ ਵਾਕ ਨੂੰ ਭਾਰਤ ਦੇ ਸੰਦਰਭ 'ਚ ਵੇਖੀਏ ਤਾਂ ਬਹੁਤ ਸਿੱਧਾ ਸਾਦਾ ਅਰਥ ਇਹੀ ਹੈ ਕਿ ਸਾਡੇ ਦੇਸ਼ ਨੇ ਇੱਕ ਪਾਸੇ ਫਰਜ਼ ਦੀ ਪਾਲਣਾ ਕੀਤੀ ਤਾਂ ਦੂਜੇ ਪਾਸੇ ਉਸ ਨੂੰ ਵੱਡੀ ਕਾਮਯਾਬੀ ਵੀ ਮਿਲੀ। ਕੱਲ੍ਹ 21 ਅਕਤੂਬਰ ਨੂੰ ਭਾਰਤ 'ਚ 1 ਬਿਲੀਅਨ 100 ਕਰੋੜ ਵੈਕਸੀਨ ਡੋਜ਼ ਦਾ ਮੁਸ਼ਕਿਲ ਪਰ ਅਸਾਧਾਰਨ ਟੀਚਾ ਹਾਸਿਲ ਕੀਤਾ। ਇਸ ਪ੍ਰਾਪਤੀ ਦੇ ਪਿੱਛੇ 130 ਕਰੋੜ ਦੇਸ਼ ਵਾਸੀਆਂ ਦੀ ਫਰਜ਼ ਦੀ ਤਾਕਤ ਲੱਗੀ ਹੈ। ਇਸ ਲਈ ਇਹ ਸਫਲਤਾ ਭਾਰਤ ਦੀ ਸਫਲਤਾ ਹੈ, ਹਰ ਦੇਸ਼ ਵਾਸੀ ਦੀ ਸਫਲਤਾ ਹੈ। ਮੈਂ ਇਸ ਦੇ ਲਈ ਸਾਰੇ ਹੀ ਦੇਸ਼ ਵਾਸੀਆਂ ਨੂੰ ਦਿਲੋਂ ਵਧਾਈ ਦਿੰਦਾ ਹਾਂ। ਸਾਥੀਓ, 100 ਕਰੋੜ ਵੈਕਸੀਨ ਡੋਜ਼ ਇਹ ਸਿਰਫ ਇੱਕ ਅੰਕੜਾ ਨਹੀਂ ਹੈ, ਇਹ ਦੇਸ਼ ਦੀ ਸਮਰੱਥਾ ਦਾ ਆਈਨਾ ਹੈ। ਇਤਿਹਾਸ ਦੇ ਨਵੇਂ ਚੈਪਟਰ ਦੀ ਸਿਰਜਣਾ ਹੈ। ਇਹ ਉਸ ਨਵੇਂ ਭਾਰਤ ਦੀ ਤਸਵੀਰ ਹੈ ਜੋ ਮੁਸ਼ਕਿਲ ਟੀਚਾ ਮਿੱਥ ਕੇ ਉਸ ਨੂੰ ਹਾਸਿਲ ਕਰਨਾ ਜਾਣਦਾ ਹੈ। ਇਹ ਉਸ ਨਵੇਂ ਭਾਰਤ ਦੀ ਤਸਵੀਰ ਹੈ ਜੋ ਆਪਣੇ ਸੰਕਲਪਾਂ ਦੀ ਸਿੱਧੀ ਲਈ ਮਿਹਨਤ ਦੀਆਂ ਪੁਲਾਂਘਾਂ ਪੁੱਟਦਾ ਹੈ। ਸਾਥੀਓ, ਅੱਜ ਕਈ ਲੋਕ ਭਾਰਤ ਦੇ ਵੈਕਸੀਨੇਸ਼ਨ ਪ੍ਰੋਗਰਾਮ ਦੀ ਤੁਲਨਾ ਦੁਨੀਆ ਦੇ ਦੂਸਰੇ ਦੇਸ਼ਾਂ ਨਾਲ ਕਰ ਰਹੇ ਨੇ। ਭਾਰਤ ਵਿੱਚ ਜਿਸ ਤੇਜ਼ੀ ਨਾਲ 100 ਕਰੋੜ ਦਾ 1 ਬਿਲੀਅਨ ਦਾ ਅੰਕੜਾ ਪਾਰ ਹੋਇਆ, ਉਸ ਦੀ ਪ੍ਰਸ਼ੰਸਾ ਵੀ ਹੋ ਰਹੀ ਹੈ। ਪਰ ਇਸ ਵਿਸ਼ਲੇਸ਼ਣ 'ਚ ਅਕਸਰ ਇੱਕ ਗੱਲ ਪਿੱਛੇ ਰਹਿ ਜਾਂਦੀ ਹੈ ਕਿ ਅਸੀਂ ਇਹ ਸ਼ੁਰੂਆਤ ਕਿੱਥੋਂ ਕੀਤੀ ਹੈ। ਦੁਨੀਆ ਦੇ ਦੂਜੇ ਵੱਡੇ ਦੇਸ਼ਾਂ ਲਈ ਵੈਕਸੀਨ ਉੱਤੇ ਰਿਸਰਚ ਕਰਨਾ, ਵੈਕਸੀਨ ਖੋਜਣਾ, ਇਸ 'ਚ ਦਹਾਕਿਆਂ ਤੋਂ ਉਹਨਾਂ ਦੀ ਮੁਹਾਰਤ ਐਕਸਪਰਟਾਈਜ਼ ਸੀ। ਭਾਰਤ ਜ਼ਿਆਦਾਤਰ ਇਹਨਾਂ ਦੇਸ਼ਾਂ ਦੀ ਬਣਾਈ ਵੈਕਸੀਨੇਸ਼ਨ ਉੱਤੇ ਹੀ ਮੁਨਹਸਰ ਰਹਿੰਦਾ ਸੀ। ਅਸੀਂ ਬਾਹਰੋਂ ਮੰਗਵਾਉਂਦੇ ਸੀ। ਇਸੇ ਵਜ੍ਹਾ ਨਾਲ ਜਦੋਂ 100 ਸਾਲ ਦੀ ਸਭ ਤੋਂ ਵੱਡੀ ਮਹਾਮਾਰੀ ਆਈ ਤਾਂ ਭਾਰਤ ਉੱਤੇ ਸਵਾਲ ਉੱਠਣ ਲੱਗੇ ਕਿ ਕੀ ਭਾਰਤ ਇਸ ਵੈਸ਼ਵਿਕ ਮਹਾਮਾਰੀ ਨਾਲ ਲੜ ਪਾਏਗਾ। ਭਾਰਤ ਦੂਜੇ ਦੇਸ਼ਾਂ ਤੋਂ ਇੰਨੀ ਵੈਕਸੀਨ ਖਰੀਦਣ ਲਈ ਪੈਸਾ ਕਿੱਥੋਂ ਲਿਆਏਗਾ। ਭਾਰਤ ਨੂੰ ਵੈਕਸੀਨ ਕਦੋਂ ਮਿਲੇਗੀ। ਭਾਰਤ ਦੇ ਲੋਕਾਂ ਨੂੰ ਵੈਕਸੀਨ ਮਿਲੇਗੀ ਵੀ ਜਾਂ ਨਹੀਂ। ਕੀ ਭਾਰਤ ਇੰਨੇ ਲੋਕਾਂ ਨੂੰ ਟੀਕਾ ਲਾ ਪਾਏਗਾ ਕਿ ਮਹਾਮਾਰੀ ਨੂੰ ਫੈਲਣ ਤੋਂ ਰੋਕ ਸਕੇ। ਕਈ ਤਰ੍ਹਾਂ ਦੇ ਸਵਾਲ ਸਨ, ਪਰ ਅੱਜ ਇਹ 100 ਕਰੋੜ ਵੈਕਸੀਨ ਡੋਜ਼ ਹਰ ਸਵਾਲ ਦਾ ਜਵਾਬ ਦੇ ਰਿਹਾ ਹੈ। ਭਾਰਤ ਨੇ ਆਪਣੇ ਨਾਗਰਿਕਾਂ ਨੂੰ 100 ਕਰੋੜ ਵੈਕਸੀਨ ਡੋਜ਼ ਲਾਈ ਹੈ ਅਤੇ ਉਹ ਵੀ ਮੁਫਤ, ਬਿਨਾਂ ਕੋਈ ਪੈਸਾ ਲਏ। ਸਾਥੀਓ, 100 ਕਰੋੜ ਵੈਕਸੀਨ ਡੋਜ਼ ਦਾ ਅਸਰ ਇਹ ਵੀ ਹੋਏਗਾ ਕਿ ਦੁਨੀਆ ਹੁਣ ਭਾਰਤ ਨੂੰ ਕੋਰੋਨਾ ਤੋਂ ਜ਼ਿਆਦਾ ਸੁਰੱਖਿਅਤ ਮੰਨੇਗੀ। ਇੱਕ ਫਾਰਮਾ ਹੱਬ ਦੇ ਰੂਪ 'ਚ ਭਾਰਤ ਨੂੰ ਦੁਨੀਆ 'ਚ ਜੋ ਵੀ ਸਵੀਕ੍ਰਿਤੀ ਮਿਲੀ ਹੋਈ ਹੈ, ਉਸ ਨੂੰ ਹੋਰ ਮਜ਼ਬੂਤੀ ਮਿਲੇਗੀ। ਪੂਰਾ ਵਿਸ਼ਵ ਅੱਜ ਭਾਰਤ ਦੀ ਤਾਕਤ ਨੂੰ ਵੇਖ ਰਿਹਾ ਹੈ, ਮਹਿਸੂਸ ਕਰ ਰਿਹਾ ਹੈ। ਸਾਥੀਓ, ਭਾਰਤ ਦਾ ਵੈਕਸੀਨੇਸ਼ਨ ਅਭਿਆਨ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ ਦਾ ਸਭ ਤੋਂ ਜੀਵੰਤ ਉਦਾਹਰਣ ਹੈ। ਕੋਰੋਨਾ ਮਹਾਮਾਰੀ ਦੀ ਸ਼ੁਰੂਆਤ 'ਚ ਇਹ ਵੀ ਆਸ਼ੰਕਾਵਾਂ ਜਤਾਈਆਂ ਜਾ ਰਹੀਆਂ ਸਨ ਕਿ ਭਾਰਤ ਜਿਹੇ ਲੋਕਤੰਤਰ 'ਚ ਇਸ ਮਹਾਮਾਰੀ ਤੋਂ ਲੜਨਾ ਬਹੁਤ ਮੁਸ਼ਕਿਲ ਹੋਏਗਾ। ਭਾਰਤ ਲਈ, ਭਾਰਤ ਦੇ ਲੋਕਾਂ ਲਈ ਇਹ ਵੀ ਕਿਹਾ ਜਾ ਰਿਹਾ ਸੀ ਕਿ ਇੰਨਾ ਕੰਟਰੋਲ, ਇੰਨਾ ਅਨੁਸ਼ਾਸਨ ਇੱਥੇ ਕਿਸ ਤਰ੍ਹਾਂ ਚੱਲੇਗਾ। ਪਰ ਸਾਡੇ ਲਈ ਲੋਕਤੰਤਰ ਦਾ ਮਤਲਬ ਹੈ ਸਭ ਦਾ ਸਾਥ। ਸਭ ਨੂੰ ਨਾਲ ਲੈ ਕੇ ਦੇਸ਼ ਨੇ ਸਭ ਨੂੰ ਵੈਕਸੀਨ, ਮੁਫਤ ਵੈਕਸੀਨ ਦੀ ਮੁਹਿੰਮ ਸ਼ੁਰੂ ਕੀਤੀ। ਗਰੀਬ, ਅਮੀਰ, ਪਿੰਡ, ਸ਼ਹਿਰ, ਦੂਰ ਨੇੜੇ, ਦੇਸ਼ ਦਾ ਇੱਕ ਹੀ ਮੰਤਰ ਰਿਹਾ ਕਿ ਜੇਕਰ ਬਿਮਾਰੀ ਭੇਦਭਾਵ ਨਹੀਂ ਕਰਦੀ ਤਾਂ ਵੈਕਸੀਨ 'ਚ ਵੀ ਭੇਦਭਾਵ ਨਹੀਂ ਹੋ ਸਕਦਾ। ਇਸ ਲਈ ਇਹ ਯਕੀਨੀ ਬਣਾਇਆ ਗਿਆ ਕਿ ਵੈਕਸੀਨੇਸ਼ਨ ਮੁਹਿੰਮ ਉੱਤੇ VIP ਕਲਚਰ ਹਾਵੀ ਨਾ ਹੋਵੇ। ਕੋਈ ਕਿੰਨੇ ਵੀ ਵੱਡੇ ਅਹੁਦੇ ਉੱਤੇ ਕਿਉਂ ਨਾ ਰਿਹਾ ਹੋਵੇ, ਕਿੰਨਾ ਹੀ ਅਮੀਰ ਕਿਉਂ ਨਾ ਹੋਵੇ, ਉਸ ਨੂੰ ਵੈਕਸੀਨ ਆਮ ਨਾਗਰਿਕ ਵਾਂਗ ਹੀ ਮਿਲੇਗੀ। ਸਾਥੀਓ, ਸਾਡੇ ਦੇਸ਼ ਲਈ ਇਹ ਵੀ ਕਿਹਾ ਜਾ ਰਿਹਾ ਸੀ ਕਿ ਇੱਥੇ ਜ਼ਿਆਦਾਤਰ ਲੋਕ ਟੀਕਾ ਲਵਾਉਣ ਆਉਣਗੇ ਹੀ ਨਹੀਂ। ਦੁਨੀਆ ਦੇ ਕਈ ਵੱਡੇ ਵਿਕਸਿਤ ਦੇਸ਼ਾਂ 'ਚ ਅੱਜ ਵੀ ਵੈਕਸੀਨ ਹੈਜ਼ੀਟੈਂਸੀ ਇੱਕ ਵੱਡੀ ਚੁਣੌਤੀ ਬਣ ਗਈ ਹੈ। ਪਰ ਭਾਰਤ ਦੇ ਲੋਕਾਂ ਨੇ 100 ਕਰੋੜ ਵੈਕਸੀਨ ਡੋਜ਼ ਲੈ ਕੇ ਐਸੇ ਲੋਕਾਂ ਨੂੰ ਨਿਰੁੱਤਰ ਕਰ ਦਿੱਤਾ ਹੈ। ਸਾਥੀਓ, ਕਿਸੇ ਮੁਹਿੰਮ 'ਚ ਜਦੋਂ ਸਭ ਦੀ ਕੋਸ਼ਿਸ਼ ਜੁੜ ਜਾਂਦੀ ਹੈ
ਤਾਂ ਨਤੀਜੇ ਸ਼ਾਨਦਾਰ ਹੀ ਹੁੰਦੇ ਨੇ। ਅਸੀਂ ਮਹਾਮਾਰੀ ਦੇ ਖਿਲਾਫ ਦੇਸ਼ ਦੀ ਲੜਾਈ 'ਚ ਆਮ ਲੋਕਾਂ ਦੀ ਭਾਗੀਦਾਰੀ ਨੂੰ ਆਪਣੀ ਪਹਿਲੀ ਤਾਕਤ ਬਣਾਇਆ, ਫਸਟ ਲਾਈਨ ਆਫ ਡਿਫੈਂਸ ਬਣਾਇਆ। ਦੇਸ਼ ਨੇ ਆਪਣੀ ਇਕਜੁੱਟਤਾ ਨੂੰ ਊਰਜਾ ਦੇਣ ਲਈ ਤਾਲੀ ਥਾਲੀ ਵਜਾਈ, ਦੀਵੇ ਬਾਲੇ, ਤਾਂ ਕੁਝ ਲੋਕਾਂ ਨੇ ਕਿਹਾ ਸੀ ਕਿ ਕੀ ਇਸ ਨਾਲ ਬਿਮਾਰੀ ਭੱਜ ਜਾਏਗੀ, ਪਰ ਸਾਨੂੰ ਸਾਰਿਆਂ ਨੂੰ ਉਸ 'ਚ ਦੇਸ਼ ਦੀ ਏਕਤਾ ਨਜ਼ਰ ਆਈ ਸੀ, ਸਮੂਹਿਕ ਸ਼ਕਤੀ ਦਾ ਜਾਗਰਣ ਦਿਸਿਆ। ਇਸੇ ਤਾਕਤ ਨੇ ਕੋਵਿਡ ਵੈਕਸੀਨੇਸ਼ਨ ਨੂੰ ਅੱਜ ਦੇਸ਼ ਨੂੰ ਇੰਨੇ ਘੱਟ ਸਮੇਂ 'ਚ 100 ਕਰੋੜ ਤੱਕ ਪਹੁੰਚਾਇਆ ਹੈ। ਕਿੰਨੀ ਹੀ ਵਾਰ ਸਾਡੇ ਦੇਸ਼ ਨੇ ਇੱਕ ਦਿਨ 'ਚ 1 ਕਰੋੜ ਟੀਕਾਕਰਨ ਦਾ ਅੰਕੜਾ ਪਾਰ ਕੀਤਾ ਹੈ। ਇਹ ਬਹੁਤ ਵੱਡੀ ਤਾਕਤ ਹੈ, ਮੈਨੇਜਮੈਂਟ ਸਕਿੱਲ ਹੈ, ਟੈਕਨੋਲੋਜੀ ਦਾ ਬਿਹਤਰੀਨ ਇਸਤੇਮਾਲ ਹੈ, ਜੋ ਅੱਜ ਵੱਡੇ ਵੱਡੇ ਦੇਸ਼ਾਂ ਦੇ ਕੋਲ ਵੀ ਨਹੀਂ ਹੈ। ਸਾਥੀਓ, ਭਾਰਤ ਦਾ ਪੂਰਾ ਵੈਕਸੀਨੇਸ਼ਨ ਪ੍ਰੋਗਰਾਮ ਵਿਗਿਆਨ ਦੀ ਕੁੱਖੋਂ ਜੰਮਿਆ ਹੈ, ਵਿਗਿਆਨਕ ਆਧਾਰਾਂ 'ਤੇ ਉੱਗਿਆ ਹੈ ਅਤੇ ਵਿਗਿਆਨਕ ਤਰੀਕਿਆਂ ਨਾਲ ਚਾਰਾਂ ਦਿਸ਼ਾਵਾਂ 'ਚ ਪਹੁੰਚਿਆ ਹੈ। ਸਾਡੇ ਸਾਰਿਆਂ ਲਈ ਮਾਣ ਕਰਨ ਵਾਲੀ ਗੱਲ ਹੈ ਕਿ ਭਾਰਤ ਦਾ ਪੂਰਾ ਵੈਕਸੀਨੇਸ਼ਨ ਪ੍ਰੋਗਰਾਮ ਸਾਇੰਸ ਬੋਰਨ, ਸਾਇੰਸ ਡਰਿਵਨ ਅਤੇ ਸਾਇੰਸ ਬੇਸਡ ਰਿਹਾ ਹੈ। ਵੈਕਸੀਨ ਬਣਨ ਤੋਂ ਪਹਿਲਾਂ ਅਤੇ ਵੈਕਸੀਨ ਲੱਗਣ ਤੱਕ ਇਸ ਪੂਰੀ ਮੁਹਿੰਮ 'ਚ ਹਰ ਜਗ੍ਹਾ ਸਾਇੰਸ ਅਤੇ ਸਾਇੰਟੀਫਿਕ ਅਪਰੋਚ ਸ਼ਾਮਿਲ ਰਹੀ ਹੈ। ਸਾਡੇ ਸਾਹਮਣੇ ਚੁਣੌਤੀ ਮੈਨੂਫੈਕਚਰਿੰਗ ਨੂੰ ਲੈ ਕੇ ਵੀ ਸੀ, ਪ੍ਰੋਡਕਸ਼ਨ ਨੂੰ ਸਕੇਲ ਅਪ ਕਰਨ ਦੀ ਵੀ ਸੀ। ਇੰਨਾ ਵੱਡਾ ਦੇਸ਼, ਇੰਨੀ ਵੱਡੀ ਆਬਾਦੀ, ਉਸ ਤੋਂ ਬਾਅਦ ਵੱਖ-ਵੱਖ ਰਾਜਾਂ 'ਚ, ਦੂਰ ਦੁਰਾਡੇ ਦੇ ਇਲਾਕਿਆਂ 'ਚ ਸਮੇਂ ਸਿਰ ਵੈਕਸੀਨ ਪਹੁੰਚਾਉਣਾ, ਇਹ ਵੀ ਕਿਸੇ ਭਾਰੇ ਕੰਮ ਤੋਂ ਘੱਟ ਨਹੀਂ ਸੀ। ਪਰ ਵਿਗਿਆਨਕ ਤੌਰ ਤਰੀਕਿਆਂ ਅਤੇ ਨਵੀਆਂ ਇਨੋਵੇਸ਼ਨਜ਼ ਨਾਲ ਦੇਸ਼ ਨੇ ਇਹਨਾਂ ਚੁਣੌਤੀਆਂ ਦੇ ਹੱਲ ਲੱਭੇ ਅਤੇ ਅਸਾਧਾਰਨ ਸਪੀਡ ਨਾਲ ਸੰਸਾਧਨਾਂ ਨੂੰ ਵਧਾਇਆ ਗਿਆ। ਕਿਸ ਰਾਜ ਨੂੰ ਕਿੰਨੀ ਵੈਕਸੀਨ ਕਦੋਂ ਮਿਲਣੀ ਚਾਹੀਦੀ ਹੈ, ਕਿਸ ਇਲਾਕੇ 'ਚ ਕਿੰਨੀ ਵੈਕਸੀਨ ਪਹੁੰਚਣੀ ਚਾਹੀਦੀ ਹੈ, ਇਸ ਦੇ ਲਈ ਵੀ ਵਿਗਿਆਨਕ ਫਾਰਮੂਲੇ ਤਹਿਤ ਕੰਮ ਹੋਇਆ। ਸਾਡੇ ਦੇਸ਼ ਨੇ ਕੋਵਿਨ ਪਲੇਟਫਾਰਮ ਦੀ ਜੋ ਵਿਵਸਥਾ ਬਣਾਈ ਹੈ, ਉਹ ਵੀ ਵਿਸ਼ਵ 'ਚ ਆਕਰਸ਼ਣ ਦਾ ਕੇਂਦਰ ਹੈ। ਭਾਰਤ 'ਚ ਬਣੇ ਕੋਵਿਨ ਪਲੇਟਫਾਰਮ ਨੇ ਨਾ ਸਿਰਫ ਆਮ ਲੋਕਾਂ ਨੂੰ ਸਹੂਲਤ ਦਿੱਤੀ, ਸਗੋਂ ਸਾਡੇ ਮੈਡੀਕਲ ਸਟਾਫ ਦੇ ਕੰਮ ਨੂੰ ਵੀ ਆਸਾਨ ਬਣਾਇਆ। ਸਾਥੀਓ, ਅੱਜ ਚਾਰੇ ਪਾਸੇ ਇੱਕ ਵਿਸ਼ਵਾਸ ਹੈ, ਉਤਸ਼ਾਹ ਹੈ, ਉਮੰਗ ਹੈ। ਸਮਾਜ ਤੋਂ ਲੈ ਕੇ ਇਕੋਨਮੀ, ਹਰ ਤਬਕੇ ਨੂੰ ਵੇਖੀਏ, ਆਪਟਿਮਿਜ਼ਮ 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 ਹੀ ਨਜ਼ਰ ਆਉਂਦਾ ਹੈ। ਐਕਸਪਰਟਸ ਅਤੇ ਦੇਸ਼ ਵਿਦੇਸ਼ ਦੀਆਂ ਅਨੇਕਾਂ ਏਜੰਸੀਆਂ ਭਾਰਤ ਦੀ ਅਰਥ ਵਿਵਸਥਾ ਨੂੰ ਲੈ ਕੇ ਬਹੁਤ ਸਕਾਰਾਤਮਕ ਨੇ। ਅੱਜ ਭਾਰਤੀ ਕੰਪਨੀਆਂ 'ਚ ਨਾ ਸਿਰਫ ਰਿਕਾਰਡ ਇਨਵੈਸਟਮੈਂਟ ਆ ਰਿਹਾ, ਸਗੋਂ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਵੀ ਬਣ ਰਹੇ ਨੇ। ਸਟਾਰਟਅਪ 'ਚ ਰਿਕਾਰਡ ਇਨਵੈਸਟਮੈਂਟ ਦੇ ਨਾਲ ਵੀ ਰਿਕਾਰਡ ਸਟਾਰਟਅਪ ਯੂਨੀਕੋਰਨ ਬਣ ਰਹੇ ਨੇ। ਹਾਊਸਿੰਗ ਸੈਕਟਰ 'ਚ ਵੀ ਨਵੀਂ ਊਰਜਾ ਦਿਖ ਰਹੀ ਹੈ। ਪਿਛਲੇ ਮਹੀਨਿਆਂ 'ਚ ਕੀਤੇ ਗਏ ਕਈ ਸਾਰੇ ਰਿਫਾਰਮਸ, ਕਈ ਸਾਰੇ ਇਨੀਸ਼ੀਏਟਿਵਸ, ਗਤੀ ਸ਼ਕਤੀ ਤੋਂ ਲੈ ਕੇ ਨਵੀਂ ਡਰੋਨ ਪਾਲਿਸੀ ਤੱਕ ਭਾਰਤ ਦੀ ਅਰਥ ਵਿਵਸਥਾ ਨੂੰ ਹੋਰ ਤੇਜ਼ੀ ਨਾਲ ਅੱਗੇ ਵਧਾਉਣ 'ਚ ਵੱਡੀ ਭੂਮਿਕਾ ਨਿਭਾਉਣਗੇ। ਕੋਰੋਨਾ ਕਾਲ 'ਚ ਖੇਤੀ ਖੇਤਰ ਨੇ ਸਾਡੀ ਅਰਥ ਵਿਵਸਥਾ ਨੂੰ ਮਜ਼ਬੂਤੀ ਨਾਲ ਸੰਭਾਲੀ ਰੱਖਿਆ। ਅੱਜ ਰਿਕਾਰਡ ਲੈਵਲ 'ਤੇ ਅਨਾਜ ਦੀ ਸਰਕਾਰੀ ਖਰੀਦ ਹੋ ਰਹੀ ਹੈ, ਕਿਸਾਨਾਂ ਦੇ ਬੈਂਕ ਖਾਤਿਆਂ 'ਚ ਸਿੱਧੇ ਪੈਸੇ ਜਾ ਰਹੇ ਨੇ। ਵੈਕਸੀਨ ਦੀ ਵੱਧਦੀ ਹੋਈ ਕਵਰੇਜ ਦੇ ਨਾਲ ਆਰਥਿਕ ਸਮਾਜਿਕ ਗਤੀਵਿਧੀਆਂ ਹੋਣ, ਖੇਡ ਜਗਤ ਹੋਵੇ, ਟੂਰਿਜ਼ਮ ਹੋਵੇ, ਐਂਟਰਟੇਨਮੈਂਟ ਹੋਵੇ, ਹਰ ਤਰਫ ਸਕਾਰਾਤਮਕ ਗਤੀਵਿਧੀਆਂ ਤੇਜ਼ ਹੋ ਰਹੀਆਂ ਨੇ। ਆਉਣ ਵਾਲੇ ਤਿਉਹਾਰਾਂ ਦਾ ਮੌਸਮ ਇਸ ਨੂੰ ਹੋਰ ਗਤੀ ਦੇਵੇਗਾ, ਹੋਰ ਸ਼ਕਤੀ ਦੇਵੇਗਾ। ਸਾਥੀਓ, ਇੱਕ ਜ਼ਮਾਨਾ ਸੀ ਜਦੋਂ ਮੇਡ ਇਨ ਏ ਕੰਟਰੀ, ਮੇਡ ਇਨ ਉਹ ਕੰਟਰੀ ਇਸੇ ਦਾ ਬੋਲਬਾਲਾ ਸੀ, ਬਹੁਤ ਕਰੇਜ਼ ਹੋਇਆ ਕਰਦਾ ਸੀ। ਪਰ ਅੱਜ ਹਰ ਦੇਸ਼ਵਾਸੀ ਇਹ ਸਾਫ਼ ਮਹਿਸੂਸ ਕਰ ਰਿਹਾ ਕਿ ਮੇਡ ਇਨ ਇੰਡੀਆ ਦੀ ਤਾਕਤ ਬਹੁਤ ਵੱਡੀ ਹੈ ਅਤੇ ਇਸੇ ਲਈ ਅੱਜ ਮੈਂ ਤੁਹਾਨੂੰ ਫੇਰ ਇਹ ਆਖਾਂਗਾ ਕਿ ਉਹ ਹਰ ਛੋਟੀ ਤੋਂ ਛੋਟੀ ਚੀਜ਼ ਜੋ ਮੇਡ ਇਨ ਇੰਡੀਆ ਹੋਏ, ਜਿਸ ਨੂੰ ਬਣਾਉਣ 'ਚ ਕਿਸੇ ਭਾਰਤ ਵਾਸੀ ਦਾ ਪਸੀਨਾ ਵਗਿਆ ਹੋਏ, ਉਸ ਨੂੰ ਖਰੀਦਣ ਉੱਤੇ ਜ਼ੋਰ ਦੇਣਾ ਚਾਹੀਦਾ ਅਤੇ ਇਹ ਸਭ ਦੀਆਂ ਕੋਸ਼ਿਸ਼ਾਂ ਨਾਲ ਹੀ ਮੁਮਕਿਨ ਹੋਏਗਾ। ਜਿਸ ਤਰ੍ਹਾਂ ਸਵੱਛ ਭਾਰਤ ਅਭਿਆਨ ਇੱਕ ਜਨ ਅੰਦੋਲਨ ਹੈ, ਉਸੇ ਤਰ੍ਹਾਂ ਭਾਰਤ 'ਚ ਬਣੀ ਚੀਜ਼ ਖਰੀਦਣਾ, ਭਾਰਤੀਆਂ ਦੁਆਰਾ ਬਣਾਈ ਚੀਜ਼ ਖਰੀਦਣਾ
ਵੋਕਲ ਫॉर ਲੋਕਲ ਇਹ ਸਾਨੂੰ ਵਿਵਹਾਰ 'ਚ ਲਿਆਉਣਾ ਹੀ ਹੋਏਗਾ ਅਤੇ ਮੈਨੂੰ ਵਿਸ਼ਵਾਸ ਹੈ ਕਿ ਸਭ ਦੇ ਯਤਨਾਂ ਨਾਲ ਅਸੀਂ ਇਹ ਵੀ ਕਰਕੇ ਰਹਾਂਗੇ। ਤੁਸੀਂ ਯਾਦ ਕਰੋ, ਪਿਛਲੀ ਦੀਵਾਲੀ ਹਰ ਕਿਸੇ ਦੇ ਦਿਲ ਦਿਮਾਗ 'ਤੇ ਇੱਕ ਤਣਾਅ ਸੀ, ਪਰ ਇਸ ਦੀਵਾਲੀ 100 ਕਰੋੜ ਵੈਕਸੀਨ ਡੋਜ਼ ਦੇ ਕਾਰਨ ਇੱਕ ਵਿਸ਼ਵਾਸ ਦਾ ਭਾਵ ਹੈ। ਜੇ ਮੇਰੇ ਦੇਸ਼ ਦੀ ਵੈਕਸੀਨ ਮੈਨੂੰ ਸੁਰੱਖਿਆ ਦੇ ਸਕਦੀ ਹੈ ਤਾਂ ਮੇਰੇ ਦੇਸ਼ ਦਾ ਉਤਪਾਦਨ, ਮੇਰੇ ਦੇਸ਼ 'ਚ ਬਣੇ ਸਮਾਨ ਮੇਰੀ ਦੀਵਾਲੀ ਹੋਰ ਵੀ ਸ਼ਾਨਦਾਰ ਬਣਾ ਸਕਦੇ ਨੇ। ਦੀਵਾਲੀ ਦੇ ਦੌਰਾਨ ਵਿਕਰੀ ਇੱਕ ਪਾਸੇ ਅਤੇ ਬਾਕੀ ਸਾਲ ਦੀ ਵਿਕਰੀ ਇੱਕ ਪਾਸੇ ਹੁੰਦੀ ਹੈ। ਸਾਡੇ ਇੱਥੇ ਦੀਵਾਲੀ ਸਮੇਂ, ਤਿਉਹਾਰਾਂ ਸਮੇਂ ਵਿਕਰੀ ਇੱਕਦਮ ਵੱਧ ਜਾਂਦੀ ਹੈ। 100 ਕਰੋੜ ਵੈਕਸੀਨ ਡੋਜ਼ ਸਾਡੇ ਛੋਟੇ ਦੁਕਾਨਦਾਰਾਂ, ਸਾਡੇ ਛੋਟੇ ਉੱਦਮੀਆਂ, ਸਾਡੇ ਰੇਹੜੀ ਪਟੜੀਆਂ ਵਾਲੇ ਭੈਣ ਭਰਾਵਾਂ ਸਾਰਿਆਂ ਵਾਸਤੇ ਆਸ਼ਾ ਦੀ ਕਿਰਨ ਬਣ ਕੇ ਆਈ ਹੈ। ਸਾਥੀਓ, ਅੱਜ ਸਾਡੇ ਸਾਹਮਣੇ ਅੰਮ੍ਰਿਤ ਮਹਾਉਤਸਵ ਦਾ ਸੰਕਲਪ ਹੈ, ਤਾਂ ਅਜਿਹੇ ਸਮੇਂ ਸਾਡੀ ਇਹ ਕਾਮਯਾਬੀ ਸਾਨੂੰ ਇੱਕ ਨਵਾਂ ਆਤਮ ਵਿਸ਼ਵਾਸ ਦਿਵਾਉਂਦੀ ਹੈ। ਅਸੀਂ ਅੱਜ ਕਹਿ ਸਕਦੇ ਹਾਂ ਕਿ ਦੇਸ਼ ਵੱਡੇ ਟੀਚੇ ਮਿਥਣਾ ਅਤੇ ਉਹਨਾਂ ਨੂੰ ਹਾਸਿਲ ਕਰਨਾ ਬਖੂਬੀ ਜਾਣਦਾ ਹੈ, ਪਰ ਇਸ ਦੇ ਲਈ ਸਾਨੂੰ ਲਗਾਤਾਰ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਅਸੀਂ ਲਾਪਰਵਾਹ ਨਹੀਂ ਹੋਣਾ ਹੈ। ਕਵਚ ਕਿੰਨਾ ਵੀ ਉੱਤਮ ਹੋਵੇ, ਕਿੰਨਾ ਹੀ ਆਧੁਨਿਕ ਹੋਵੇ, ਕਵਚ ਤੋਂ ਪੂਰੀ ਸੁਰੱਖਿਆ ਦੀ ਗਰੰਟੀ ਹੋਵੇ, ਤਾਂ ਵੀ ਜਦੋਂ ਤੱਕ ਯੁੱਧ ਚੱਲ ਰਿਹਾ ਹੈ, ਹਥਿਆਰ ਨਹੀਂ ਸੁੱਟੇ ਜਾਂਦੇ। ਮੇਰੀ ਅਪੀਲ ਹੈ ਕਿ ਸਾਨੂੰ ਆਪਣੇ ਤਿਉਹਾਰਾਂ ਨੂੰ ਪੂਰੀ ਸਤਰਕਤਾ ਨਾਲ ਹੀ ਮਨਾਉਣਾ ਹੈ। ਅਤੇ ਜਿੱਥੋਂ ਤੱਕ ਮਾਸਕ ਦਾ ਸਵਾਲ ਹੈ, ਕਦੇ ਜ਼ਰਾ, ਪਰ ਹੁਣ ਤਾਂ ਡਿਜ਼ਾਈਨ ਦੀ ਦੁਨੀਆ ਵੀ ਮਾਸਕ 'ਚ ਪ੍ਰਵੇਸ਼ ਕਰ ਚੁੱਕੀ ਹੈ। ਮੇਰਾ ਇੰਨਾ ਹੀ ਕਹਿਣਾ ਕਿ ਜਿਸ ਤਰ੍ਹਾਂ ਸਾਨੂੰ ਬੂਟ ਪਾ ਕੇ ਹੀ ਘਰੋਂ ਬਾਹਰ ਜਾਣ ਦੀ ਆਦਤ ਲੱਗ ਗਈ ਹੈ ਨਾ, ਬਸ ਉਸੇ ਤਰ੍ਹਾਂ ਮਾਸਕ ਨੂੰ ਸਹਿਜ ਸੁਭਾਅ ਬਣਾਉਣਾ ਹੀ ਹੋਏਗਾ। ਜਿਨ੍ਹਾਂ ਨੂੰ ਅਜੇ ਤੱਕ ਵੈਕਸੀਨ ਨਹੀਂ ਲੱਗੀ ਹੈ, ਉਹ ਇਸ ਨੂੰ ਸਭ ਤੋਂ ਉੱਪਰ ਪਹਿਲ ਦੇਣ। ਜਿਨ੍ਹਾਂ ਨੂੰ ਵੈਕਸੀਨ ਲੱਗ ਗਈ ਹੈ, ਉਹ ਦੂਸਰਿਆਂ ਨੂੰ ਪ੍ਰੇਰਿਤ ਕਰਨ। ਮੈਨੂੰ ਪੂਰਾ ਭਰੋਸਾ ਹੈ ਕਿ ਅਸੀਂ ਸਾਰੇ ਮਿਲ ਕੇ ਕੋਸ਼ਿਸ਼ ਕਰਾਂਗੇ ਤਾਂ ਕੋਰੋਨਾ ਨੂੰ ਹੋਰ ਜਲਦੀ ਹਰਾ ਪਾਵਾਂਗੇ। ਤੁਹਾਨੂੰ ਸਭ ਨੂੰ ਆਉਣ ਵਾਲੇ ਤਿਉਹਾਰਾਂ ਦੀਆਂ ਇੱਕ ਵਾਰ ਫਿਰ ਬਹੁਤ ਸ਼ੁਭਕਾਮਨਾਵਾਂ। ਬਹੁਤ ਧੰਨਵਾਦ।